हाँ जी। वाहिगुरू जी का खालसा वाहिगुरू जी की फतेह। ਅੱਜ ਜਿਹੜੀ ਗੱਲਬਾਤ ਆਪਣੀ ਬਜ਼ੁਰਗਾਂ ਦੀ ਦੇਖ ਰੇਖ ਬਾਰੇ ਹੈ, ਕਿਉਂਕਿ ਸਾਡੇ ਕੁਦਰਤੀ ਗੱਲ ਹੈ ਵੀ ਸਾਡੇ ਘਰਾਂ ਦੇ ਵਿੱਚ ਕੁਦਰਤੀ ਜਦੋਂ ਬਜ਼ੁਰਗ ਜ਼ਿਆਦਾ ਹੋ ਜਾਂਦੇ ਆ, ਮਤਲਬ ਮੰਜੇ 'ਤੇ ਪੈ ਜਾਂਦੇ ਆ, ਉਹਨਾਂ ਦੀ ਸੇਵਾ ਪਾਣੀ ਸੇਵਾ ਹੁੰਦੀ ਹੈ, ਉਦੋਂ ਬਹੁਤ ਔਖਾ ਕੰਮ ਹੁੰਦਾ। ਹਰ ਘਰ ਵਿੱਚ ਹੀ ਹੁੰਦਾ ਜਿਨ੍ਹਾਂ ਦੇ ਬਜ਼ੁਰਗ ਹੁੰਦੇ ਆ। ਕੁਦਰਤੀ ਗੱਲ ਦੇਖੋ, ਮੈਂ ਆਪਣੀ ਗੱਲ ਕਰਾਂ, ਮੈਂ ਹੁਣ ਮੇਰੀ ਉਮਰ 40 ਸਾਲ ਦੀ ਹੈ ਅਤੇ ਸਾਡੇ ਜਿਵੇਂ ਬਜ਼ੁਰਗ ਮੰਜੇ 'ਤੇ ਪੈ ਜਾਣ, ਹੁਣ ਮੈਂ ਪੈਸਾ ਕਮਾ ਕੇ ਲਿਆਉਣਾ, ਬਾਹਰ ਵੀ ਜਾਣਾ, ਕੰਮ ਵੀ ਕਰਨਾ ਹੈ ਨਾ, ਅਤੇ ਮੇਰੀ ਵਾਈਫ ਨੇ ਵੀ ਕੰਮ ਕਰਨਾ, ਬੱਚੇ ਵੀ ਅਸੀਂ ਪਾਲਣੇ ਆ। ਅੱਛਾ, ਵਿੱਚ ਇੱਕ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ, ਫਿਰ ਉਹ ਹੋਰ ਬੰਦਾ ਰੈਸਟ ਮਸਾਂ ਕਰਦਾ, ਅਤੇ ਵਿੱਚ ਕੁਦਰਤੀ ਗੱਲ ਆ ਵੀ ਬੰਦੇ ਵਿੱਚ ਚਿੜਚਿੜਾਪਣ ਆ ਜਾਂਦਾ। ਹੋ ਸਕਦਾ ਬਜ਼ੁਰਗਾਂ ਨੂੰ ਮਾੜਾ ਚੰਗਾ ਵੀ ਬੋਲਦਾ ਹੋਵੇ ਵੀ ਤੂੰ ਬਾਹਲਾ ਐਂ ਫਲਾਨਾ, ਕਿਉਂਕਿ ਕੰਮ ਬਹੁਤ ਬਣ ਜਾਂਦੇ ਬੰਦੇ ਨੂੰ। ਅੱਛਾ, ਆਪਾਂ ਗੱਲ ਕਰਨੀ ਵੀ ਯਾਰ ਦੇਖੋ, ਜਿਵੇਂ ਕੁਦਰਤੀ ਗੱਲ ਆ ਵੀ ਜਦੋਂ ਅਸੀਂ ਉਹਨਾਂ ਨਾਲ ਵੇਹਨੇ ਹਾਂ ਬਜ਼ੁਰਗਾਂ ਨਾਲ, ਤਾਂ ਸਾਨੂੰ ਵੀ ਲੱਗਦਾ ਕਿਤੇ ਕਿਤੇ ਨੌਜਵਾਨ ਬੰਦਿਆਂ ਨੂੰ ਵੀ ਯਾਰ ਸਾਡਾ ਵੀ ਟਾਈਮ ਆਇਆ ਹੋਊਗਾ, ਸਾਡੇ ਨਾਲ ਵੀ ਐਂ ਹੋਊਗਾ, ਅਸੀਂ ਵੀ ਐਂ ਮਤਲਬ ਆਵਾਜ਼ਾਂ ਮਾਰਿਆ ਕਰਾਂਗੇ ਫਲਾਨਿਆਂ ਫਲਾਣੀ ਚੀਜ਼ ਲਿਆ ਦਿਓ ਮੈਨੂੰ ਐ, ਅਸੀਂ ਵੀ ਇਹਨਾਂ ਦੇ ਜਵਾਕਾਂ ਜੋਗੇ ਰਹਿ ਜਾਂਗੇ। ਮਤਲਬ ਜਿਵੇਂ ਸਾਡੇ ਹੁਣ ਬਜ਼ੁਰਗ ਆ, ਉਹ ਸਾਡੇ ਜੋਗੇ ਹੋ ਗਏ ਕਿ ਅਸੀਂ ਵੀ ਜਵਾਕਾਂ ਜੋ ਮਤਲਬ ਅਸੀਂ ਬੱਚਿਆਂ ਜੋਗੇ ਹੋਵਾਂਗੇ। ਸਾਡੇ ਦਿਮਾਗਾਂ 'ਚ ਇਹ ਗੱਲ ਚੱਲਦੀ ਚੱਲਦੀ ਆ, ਅਤੇ ਫਿਰ ਬੰਦਾ ਸੋਚਦਾ ਨਾ ਯਾਰ ਐਂ ਨਾ ਹੋਵੇ ਸਿੱਧੀ ਮੌਤ ਆ ਜੇ ਮੈਨੂੰ, ਤਾਂ ਬਸ ਕਿਸੇ ਦੇ ਵੱਸ ਨਾ ਪਾਵੇ। ਸਾਡੇ ਦਿਮਾਗਾਂ 'ਚ ਇਹ ਵੀ ਚੱਲਦਾ, ਕਿਉਂਕਿ ਬੁਢਾਪੇ ਤੋਂ ਅਸੀਂ ਬਹੁਤ ਜ਼ਿਆਦਾ ਡਰਦੇ ਹਾਂ। ਬੁਢਾਪੇ 'ਚ ਤੂੰ ਮੰਜੇ 'ਤੇ ਪੈਣ ਤੋਂ ਸਾਡਾ ਬਹੁਤ ਜ਼ਿਆਦਾ ਡਰ ਹੈ। ਡਰ ਪਤਾ ਕਿਉਂ ਆ? ਆਪਾਂ ਇਸ ਗੱਲ 'ਤੇ ਗੱਲ ਕਰਨੀ ਵੀ ਅਸੀਂ ਨਾ ਤੈਨੂੰ ਸਿਕਿਓਰ ਨਹੀਂ, ਮਤਲਬ ਅਸੀਂ ਆਪਣੇ ਬੁਢਾਪੇ ਨੂੰ ਅਸੀਂ ਕਿਸੇ ਗੱਲ ਨੂੰ ਸਹੀ ਨਹੀਂ ਕੀਤਾ, ਮਤਲਬ ਸੌਖਾ ਨਹੀਂ ਕੀਤਾ ਹੋਇਆ। ਪਹਿਲੀ ਗੱਲ ਤਾਂ ਇਹ ਹੈ ਵੀ ਨੰਬਰ 1 ਗੱਲ ਤਾਂ ਇਹ ਵੀ ਸਾਡੇ ਵਿੱਚ ਨਾ ਅਸੀਂ ਇਸ ਕਿਸੇ ਵਿਸ਼ੇ 'ਤੇ ਗੱਲ ਹੀ ਨਹੀਂ ਕਰਦੇ ਵੀ ਗੱਲ ਹੱਲ ਕੀ ਤਾਂ ਸਹੀ ਹੱਲ ਕੀ ਹੋਣਾ ਚਾਹੀਦਾ। ਕਿਉਂਕਿ ਕੁਦਰਤੀ ਗੱਲ ਆ ਵੀ ਸਾਡਾ ਸਮਾਜ ਆ, ਅਸੀਂ ਮਾਂ ਬਾਪ ਨੂੰ ਰੱਬ ਦਾ ਰੂਪ ਮੰਨਦੇ ਹਾਂ, ਅਤੇ ਅਸੀਂ ਸੋਚਦੇ ਹਾਂ ਵੀ ਜੇ ਮੈਂ ਗੱਲ ਕੀਤੀ ਨਾ ਇਹਦੇ ਬਾਰੇ ਵੀ ਔਖਾ ਬਹੁਤ ਆ ਨਾ, ਤਾਂ ਦੁਨੀਆ ਕੀ ਆਖੂਗੀ ਯਾਰ ਮੈਨੂੰ ਵੀ ਤੂੰ ਆਪਦੇ ਮਾਂ ਪਿਓ ਸੇਵਾ ਹੀ ਨਹੀਂ ਕਰ ਸਕਦਾ, ਵੀ ਜਿਹਨੇ ਤੈਨੂੰ ਜੰਮਿਆ ਤੈਨੂੰ ਐਂ ਕੀਤਾ ਨਾ। ਬੰਦਾ ਚੁੱਪ ਕਰਕੇ ਚਲੋ ਚੱਲੀ ਜਾਂਦਾ ਕੰਮ, ਪਰ ਹੁੰਦਾ ਬੰਦਾ ਹਰੇਕ ਔਖਾ ਹੀ ਆ, ਕਿ ਅਗਲਾ ਕਹਿੰਦਾ ਯਾਰ ਕੁਛ ਨਾ ਕੁਛ ਹੱਲ ਤਾਂ ਹੋਣਾ ਚਾਹੀਦਾ। ਪਰ ਸਮਾਜ ਦੇ ਵਿੱਚ ਹੁਣ ਰੱਬ ਦਾ ਰੂਪ ਬਣਾ ਕੇ ਬੈਠੇ ਅਸੀਂ ਮਾਂ ਬਾਪ ਨੂੰ, ਅਤੇ ਰੱਬ ਦੀ ਸੇਵਾ ਨੂੰ ਅਸੀਂ ਵੱਡੀ ਸੇਵਾ ਕਹਿੰਦੇ ਹਾਂ। ਉਸ ਕਰਕੇ ਅਸੀਂ ਗੱਲ ਨਹੀਂ ਕਰ ਰਹੇ, ਹੱਲ ਨਹੀਂ ਹੋ ਰਿਹਾ। ਜਦ ਕਿ ਜਿੰਨਾ ਚਿਰ ਅਸੀਂ ਇਹਦੇ ਹੱਲ ਵੱਲ ਨਹੀਂ ਸੋਚਦੇ, ਹੱਲ ਵੱਲ ਨਹੀਂ ਜਾਂਦੇ, ਉਹਨਾਂ ਚਿਰ ਸਾਡਾ ਮਤਲਬ ਸਾਡਾ ਸਮਾਜ ਆ, ਅਸੀਂ ਤਰੱਕੀ ਵੱਲ ਵੀ ਨਹੀਂ ਕਰ ਰਹੇ। ਅਸੀਂ ਨਾ ਬਹੁਤ ਟੈਨਸ਼ਨ 'ਚ ਮਤਲਬ ਹੋ ਰਹੇ ਹਾਂ, ਇਰੀਟੇਟ ਹੋ ਰਹੇ ਹਾਂ। ਪਹਿਲੀ ਗੱਲ ਤਾਂ ਦੇਖੋ, ਸਾਡਾ ਜਿਹੜਾ ਸਮਾਜ ਇੱਥੇ ਰਹਿੰਦੇ ਅਸੀਂ ਰਹਿੰਦੇ ਹਾਂ ਇਕੱਠੇ, ਬੱਚਿਆਂ ਨਾਲ ਮਾਂ ਬਾਪ ਨਾਲ ਇਕੱਠੇ ਰਹਿੰਦੇ ਹਾਂ। ਇਕੱਠੇ ਰਹਿਣ ਹੋਣ ਕਰਕੇ ਸਾਡੇ 'ਚ ਇੱਕ ਦੂਜੇ ਦੀ ਆਸ ਬੱਝੀ ਹੋਈ ਸਾਡੀ, ਵੀ ਕਿਉਂਕਿ ਅਸੀਂ ਸਾਰਾ ਕੁਝ ਬਣਾ ਕੇ ਆਪਣੇ ਬੱਚਿਆਂ ਨੂੰ ਦਿੰਦੇ ਹਾਂ। ਕੁਦਰਤੀ ਗੱਲ ਅਸੀਂ ਬੱਚਿਆਂ ਨੂੰ ਦਿੰਦੇ, ਬੱਚਿਆਂ ਨੂੰ ਦੇਣ ਕਰਕੇ ਸਾਡੀ ਆਸ ਬੱਝੀ ਹੋਈ ਇਸ ਗੱਲ ਦੀ ਵੀ ਅਸੀਂ ਬੱਚਿਆਂ ਨੂੰ ਸਭ ਕੁਝ ਬਣਾ ਕੇ ਦਿੱਤਾ, ਅਤੇ ਬੁੱਢੇ ਹੋਏ ਬੱਚੇ ਸਾਡੀ ਸੇਵਾ ਕਰਨਗੇ। ਅਤੇ ਕੁਦਰਤੀ ਗੱਲ ਆ ਵੀ ਬੱਚੇ ਸਾਰਾ ਕੁਛ ਅਸੀਂ ਦੇ ਵੀ ਦਿੰਦੇ ਹਾਂ, ਪਰ ਫਿਰ ਵੀ ਬੰਦੇ ਨੂੰ ਇਹ ਦਿਨ ਦੇਖਣੇ ਪੈਂਦੇ ਆ। ਮਾੜੇ ਦਿਨ ਬੰਦਾ ਫਿਰ ਵੀ ਜਦੋਂ ਬਜ਼ੁਰਗ ਬੁੜਾ ਹੋ ਜਾਂਦਾ, ਬੰਦਾ ਰੋਂਦਾ, ਬੰਦਾ ਯਾਰ ਵੀ ਮੇਰੇ ਜਵਾਕ ਮੈਨੂੰ ਸਾਂਭਦੇ ਨਹੀਂ, ਭਾਵੇਂ ਬੱਚੇ ਕਿੰਨਾ ਵੀ ਸਾਂਭਣ, ਇਹ ਨਹੀਂ ਗੱਲ ਕੋਈ, ਬੱਚੇ ਜਿੰਨਾ ਮਰਜ਼ੀ ਸਾਂਭ ਲੈਣ, ਪਰ ਬਜ਼ੁਰਗ ਦੇ ਹੁੰਦਾ ਜਿਹੜਾ ਉਹਦੇ ਦਿਮਾਗ ਵਿੱਚ ਇਹ ਗੱਲ ਹੁੰਦੀ ਹੈ, ਯਾਰ ਮੈਨੂੰ ਸਾਂਭ ਨਹੀਂ ਰਹੇ, ਮੈਨੂੰ ਉਹ ਨਹੀਂ ਕਰੇ, ਮੈਨੂੰ ਆਹ ਨਹੀਂ ਕਰ ਰਹੇ, ਚੱਲਦੀਆਂ ਗੱਲਾਂ ਇਹ। ਅੱਛਾ, ਜਦੋਂ ਨਾ ਕਈ ਬੰਦੇ ਆਪਾਂ ਜਦੋਂ ਕਈ ਬਾਹਰਲੇ ਬੰਦੇ ਨਾਲ ਗੱਲ ਕਰਦੇ ਹਾਂ, ਜਾਂ ਕਈ ਵਾਰੀ ਰੇਡੀਓ ਵਾਲੇ ਸੁਣਦੇ ਹਾਂ, ਤਾਂ ਰੇਡੀਓ ਵਾਲੇ ਗੱਲ ਦੱਸਦੇ ਹੁੰਦੇ ਕਿ ਯਾਰੀ ਵੀ ਯਾਰ, ਜਾਂ ਬਾਹਰਲੇ ਬੰਦੇ ਵੀ ਸਾਡੇ ਕਈ ਬਾਹਰ ਗਏ, ਉਹ ਦੱਸਦੇ ਹੁੰਦੇ ਆ ਵੀ ਗੋਰਿਆਂ ਸਮਾਜ ਆ ਜਿਹੜਾ, ਗੋਰਿਆਂ ਨੇ ਸਮਾਜ ਵਿਕਸਿਤ ਕੀਤਾ ਹੈ, ਉਹਦੇ ਵਿੱਚ ਉਹ ਪਹਿਲੀ ਗੱਲ ਤਾਂ ਉਹ ਰਹਿੰਦੇ ਅੱਡ, ਵੀ ਬੱਚੇ ਨੂੰ ਮੁੱਢ ਤੋਂ ਅੱਡ ਪਾਉਂਦੇ ਆ, ਹੈ ਨਾ, ਅਤੇ ਆਪਣਾ ਬੱਚੇ ਨੂੰ ਮੁੜ ਕੇ 18 ਸਾਲ ਤੋਂ ਅੱਡ ਕਰਨ ਦੇ, ਮੁੜ ਕੇ ਮੀਆਂ ਬੀਵੀ ਅੱਡ ਰਹਿੰਦੇ ਆ। ਅੱਛਾ, ਉਹਨਾਂ ਨੇ ਕੀ ਬਣਾਇਆ ਹੋਣਾ ਵੀ ਇੱਕ ਆਪਦਾ ਕਹਿੰਦੇ ਰੈਸਟ ਰੂਮ ਬਣਾਏ ਹੋਏ ਉਹਨਾਂ ਨੇ, ਵੀ ਜਿੰਨਾ ਚਿਰ ਤੱਕ ਗੋਰਾ ਕਮਾਉਂਦਾ, ਗੋਰੇ ਰਹਿੰਦੇ ਆ, ਪੈਨਸ਼ਨ ਆਉਂਦੀ ਹੈ, ਜਿੰਨਾ ਚਿਰ ਤੁਰੇ ਫਿਰਦੇ ਵਧੀਆ, ਵੀ ਬਾਅਦ ਵਿੱਚ ਉਹ ਰੈਸਟ ਰੂਮ 'ਚ ਜਾ ਵੜਦੇ ਕਹਿੰਦੇ, ਅਤੇ ਉਹਨਾਂ ਨੂੰ ਉੱਥੇ ਮਤਲਬ ਮਿਲਦੀ ਹੈ ਗੱਲ ਵੀ ਸਭ ਕੁਝ, ਨਰਸ ਮਿਲਦੀ ਆ, ਸਭ ਕੁਝ ਮਿਲਦਾ, ਮਤਲਬ ਉਹਨਾਂ ਦਾ ਬੁਢਾਪਾ ਵਧੀਆ ਕਟਾਉਣ ਨੂੰ ਵਧੀਆ ਚੀਜ਼ ਮਿਲਦੀ ਹੈ। ਹੁਣ ਸਾਡਾ ਸਮਾਜ ਆ ਜਿਹੜਾ, ਅਸੀਂ ਬਿਰਧ ਆਸ਼ਰਮ ਨੂੰ ਜਾਂ ਮਾਂ ਪਿਓ ਨੂੰ ਵੱਖਰਾ ਰਹਿਣਾ ਜਾਂ ਅੱਡ ਹੋਣਾ ਮਾੜਾ ਗਿਣਦੇ ਹਾਂ। ਅੱਛਾ, ਮਾੜਾ ਗਿਣਨ ਕਰਕੇ, ਕਿਉਂਕਿ ਕੁਦਰਤੀ ਗੱਲ ਆ ਵੀ ਹੁਣ ਜਿਸ ਸਮਾਜ 'ਚ ਆਪਾਂ ਰਹਿੰਦੇ ਹੋਵਾਂਗੇ, ਜਿੱਥੇ ਵੀ ਰਹਿੰਦੇ ਹੋਵਾਂਗੇ, ਸਾਨੂੰ ਐਂ ਅਸੀਂ ਮਾੜਾ ਖਾ ਕੇ ਨਹੀਂ ਰਾਜੀ ਹੁੰਦੇ, ਕਿਤੇ ਕੋਈ ਵੀ ਬੰਦਾ ਕਿਤੇ ਵੀ ਰਹਿੰਦਾ ਉਹ ਮਾੜਾ ਥੋੜ੍ਹੀ ਹੋਊਗਾ ਯਾਰ, ਉਹਨੂੰ ਐਂ ਹੁੰਦਾ ਵੀ ਕਿਸੇ ਹਿਸਾਬ ਨਾਲ ਮੈਨੂੰ ਚੰਗਾ ਕਹਿਣ ਲੋਕ, ਵੀ ਮੇਰੀ ਵਾਹ ਵਾਹ ਹੋਵੇ, ਲੋਕੀ ਕਹਿਣ ਵੀ ਬੱਲੇ ਬੱਲੇ ਬੰਦਾ। ਇਸੇ ਕਰਕੇ ਹੀ ਸਾਡੇ ਯਾਨੀ ਜਿਹਨਾਂ ਭੋਗਾਂ ਦਾ ਨਾ ਵੱਡੇ ਵੱਡੇ ਭੋਗ ਪੈਂਦੇ ਆ, ਉਹ ਇਸੇ ਕਰਕੇ ਪੈਂਦੇ ਆ ਵੀ ਬੰਦਾ ਚੰਗਾ ਹੋਣਾ ਚਾਹੁੰਦਾ ਹੈ ਸਮਾਜ ਦੇ ਵਿੱਚ। ਬੰਦਾ ਚਾਹੁੰਦਾ ਵੀ 4 ਬੰਦੇ ਮੈਨੂੰ ਚੰਗਾ ਤਾਂ ਕਹਿ ਨਹੀਂ ਕਿ, ਅੱਛਾ, ਉਹਦੇ ਵਾਸਤੇ ਇੰਨਾ ਕੁਛ ਹੁੰਦਾ ਵੀ ਹੁੰਦਾ। ਹੁਣ ਸਾਡੇ ਸਮਾਜ ਦੀ ਇਹ ਰੀਤ ਹੈ, ਅਸੀਂ ਜਿੱਥੇ ਰਹਿੰਦੇ ਇਹ ਰੀਤ ਹੈ ਵੀ ਮਾਂ ਪਿਓ ਨੂੰ ਰੱਬ ਦਾ ਰੂਪ ਬਣਾ ਕੇ ਪੁੱਛਣਾ, ਸੇਵਾ ਕਰਨੀ ਬਹੁਤ ਵਧੀਆ ਕੀਤਾ ਜਾਂਦਾ ਹੈ।
ਜਦ ਕਿ ਜਿਵੇਂ ਅਸੀਂ ਹੁਣ ਸਮਾਂ ਬਦਲ ਰਿਹਾ, ਠੀਕ ਹੈ, ਜਿਵੇਂ ਸਮਾਂ ਚੱਲ ਗਿਆ, ਹੁਣ ਜਿਹੜਾ ਸਮਾਂ ਬਦਲ ਰਿਹਾ ਨਾ, ਜਿਵੇਂ ਮੰਨ ਲਓ ਹੁਣ ਮੈਂ ਆ, ਮੇਰੇ ਤੋਂ ਬਾਅਦ ਮੇਰੇ ਬੱਚਿਆਂ ਦੇ ਮੈਂ ਵਸ ਪੈਣਾ, ਸਮਾਂ ਬਦਲ ਰਿਹਾ ਸਾਡਾ। ਸਮਾਂ ਬਦਲਣਾ ਕੀ ਹੋਣਾ ਵੀ ਉਹ ਗੱਲਾਂ ਨਹੀਂ ਰਹਿਣਗੀਆਂ, ਉਹ ਗੱਲਾਂ ਵਾਰੀ ਵਾਰੀ ਰਹਿਣਗੀਆਂ। ਬੱਚਿਆਂ ਨੇ ਮਤਲਬ ਸਾਡੇ ਨਾਲ ਨਹੀਂ ਇੰਜ ਰਹਿਣਾ। ਮੈਨੂੰ ਨਹੀਂ ਲੱਗਦਾ ਵੀ ਜਿਵੇਂ ਅਸੀਂ ਆਪਦੇ ਮਾਂ ਪਿਓ ਦੀ ਗੱਲ ਕਰਦੇ ਹਾਂ, ਮੰਨਦੇ ਹਾਂ ਗੱਲ, ਉਹ ਸਾਡੇ ਬੱਚਿਆਂ ਨੇ ਸਾਡੀ ਮੰਨਣੀ ਆ, ਉਹਨਾਂ ਨੇ ਸਾਡੇ ਨਾਲ ਉਵੇਂ ਨਹੀਂ ਰਹਿਣਾ। ਉਸੇ ਲਈ ਮੈਂ ਸੋਚਦਾ ਵੀ ਸਾਡੇ ਘੱਟੋ ਘੱਟ ਅਸੀਂ ਸੋਚਣਾ ਜ਼ਰੂਰ ਚਾਹੀਦਾ ਸਾਨੂੰ ਵੀ ਕਿਤੇ ਨਾ ਕਿਤੇ ਅਸੀਂ ਸਮਾਜ ਵਿੱਚ ਇੱਥੇ ਰਹਿੰਦੇ ਹਾਂ। ਸਾਡੇ ਜਿਹੜੇ ਬਜ਼ੁਰਗ, ਅਸੀਂ ਜਦੋਂ ਬਜ਼ੁਰਗ, ਅਸੀਂ ਆਪ ਖੁਦ ਬਜ਼ੁਰਗ ਹੋਣਾ, ਬਜ਼ੁਰਗਾਂ ਵਾਸਤੇ ਦੇਖੋ ਹੁਣ ਤਾਂ ਸਾਡੇ ਬਜ਼ੁਰਗ ਹੈ, ਉਹਨਾਂ ਵਾਸਤੇ ਤਾਂ ਨਹੀਂ, ਵੈਸੇ ਸਾਨੂੰ ਆਪਣੇ ਵਾਸਤੇ ਵੀ ਸਾਡਾ ਘੱਟੋ ਘੱਟ ਅਸੀਂ ਆਪ ਜਦੋਂ ਬਜ਼ੁਰਗ ਹੋਣਾ, ਘੱਟੋ ਘੱਟ ਅਸੀਂ ਇੰਨਾ ਕੁ ਤਾਂ ਰੱਖੀਏ ਨਾ ਵੀ ਅਸੀਂ ਆਪਣੇ ਬੱਚਿਆਂ 'ਤੇ ਬੋਝ ਨਾ ਬਣੀਏ ਕੁਛ, ਜਾਂ ਕੁਛ ਕਰੀਏ। ਕਿਉਂਕਿ ਦੇਖੋ ਜਿਵੇਂ ਆਪਾਂ ਗੋਰਿਆਂ ਦੀ ਗੱਲ ਕਰਦੇ ਹਾਂ ਨਾ, ਉਹਦੇ ਨਾਲ ਤਾਂ ਹੈ ਵੀ ਗੌਰਮੈਂਟ ਕਰਦੀ ਸਭ ਕੁਛ, ਕਿਉਂਕਿ ਬੰਦੇ ਆਪ ਵਧੀਆ ਵਧੀਆ ਵਿਕਸਿਤ ਸਮਾਜ ਆ, ਚੰਗੇ ਸਮਾਜ ਦੇ ਰਹਿੰਦੇ ਆ, ਉਹ ਆਪਦਾ ਟੈਕਸ ਭਰਦੇ ਆ, ਮਤਲਬ ਪੈਨਸ਼ਨ ਵੀ ਹੁੰਦੀ, ਟੈਕਸ ਵੀ ਸਾਰੇ, ਕਿਉਂਕਿ ਹੱਕ ਤਾਂ ਵੈਸੇ ਗੌਰਮੈਂਟ ਦਾ ਹੀ ਹੁੰਦਾ। ਜਿਵੇਂ ਮੈਂ ਦੇਖ ਲਓ, ਮੈਂ ਕਮਾਈ ਕਰਤਾ ਹੁਣ, ਮੈਂ ਹਰ ਚੀਜ਼ ਦਾ ਟੈਕਸ ਦੇ ਰਿਹਾ ਗੌਰਮੈਂਟ ਨੂੰ, ਹਰ ਗੱਲ 'ਤੇ ਟੈਕਸ ਦੇ ਰਿਹਾ, ਮੈਂ ਫਸਲ ਵੇਚਦਾ ਟੈਕਸ ਦਿੰਦਾ, ਮੈਂ ਹਰ ਚੀਜ਼ ਦਾ ਟੈਕਸ ਦੇ ਰਿਹਾ, ਬਿਜਲੀ ਦੇ ਬਿੱਲ 'ਤੇ ਦੇ ਰਿਹਾ, ਕੁਛ ਚੀਜ਼ ਟੈਕਸ। ਅੱਛਾ, ਗੌਰਮੈਂਟ ਮੈਥੋਂ ਟੈਕਸ ਲੈ ਰਹੀ, ਕਮਾਈ ਦਾ ਕਿੰਨਾ ਹਿੱਸਾ ਮੇਰਾ ਗੌਰਮੈਂਟ ਕੋਲ ਜਾ ਰਿਹਾ। ਅੱਛਾ ਜੀ, ਨਾ ਮਤਲਬ ਮੇਰਾ ਮਤਲਬ ਬੁੜੇ ਹੋਣ ਤੋਂ ਬਾਅਦ ਜੇ ਗੌਰਮੈਂਟ ਮੇਰੀ ਇਸ ਗੱਲ ਦਾ ਹੱਲ ਕਰੇ ਤਾਂ ਬਹੁਤ ਵਧੀਆ ਕਰੂਗੀ ਉਹ। ਗੋਰਿਆਂ ਦੇ ਹੈਗਾ, ਸਾਡੇ ਵੀ ਕਰੇ, ਮਤਲਬ ਗੌਰਮੈਂਟ ਕਰੇ, ਸਾਨੂੰ ਵੀ ਇਸ ਤਰੀਕੇ ਨਾਲ ਬਣਨਾ ਚਾਹੀਦਾ ਵੀ ਸਾਡੇ ਵੀ ਕੋਈ ਗੌਰਮੈਂਟ ਸਾਨੂੰ ਟੈਸਟ ਰੂਮ ਬਣਾ ਕੇ ਦੇਵੇ, ਅਸੀਂ ਵੀ ਉੱਥੇ ਰਹੀਏ, ਬੁਢਾਪਾ ਕੱਟ ਗਿਆ ਆਪਦਾ, ਬੱਚਿਆਂ ਨੂੰ ਚਲੋ ਇਹਨਾਂ ਦਾ ਦੁੱਖ ਨਾ ਸਾਡਾ, ਬਿਮਾਰੀ ਦਾ ਦੁੱਖ ਸਾਡੇ ਬੱਚਿਆਂ ਨੂੰ ਨਾ ਘੱਟੋ ਘੱਟ ਹੋਵੇ, ਸਾਡੀ ਵੱਡੀ ਉਮਰ ਦਾ ਦੁੱਖ ਸਾਡੇ ਬੱਚਿਆਂ ਨੂੰ ਨਾ ਹੋਵੇ, ਕਿਉਂਕਿ ਉਹਨਾਂ ਦੀ ਜ਼ਿੰਦਗੀ ਜਿਹੜੀ ਉਹ ਆਪਣੀ ਵਧੀਆ ਜ਼ਿੰਦਗੀ ਜੀ ਲੈਣ। ਜੋ ਵੀ ਬਿਮਾਰ ਹੋ, ਉਹ ਵੀ ਬੁੜੇ ਹੋਣ, ਉਹ ਵੀ ਸਾਡੇ ਮਤਲਬ ਮੈਂ ਹੋ ਗਏ ਜਿਵੇਂ ਗੋਰੇ ਕਰਦੇ ਆ। ਵਧੀਆ ਲੱਗਿਆ ਮੈਨੂੰ ਗੱਲ। ਪਰ ਦੂਜੀ ਗੱਲ ਇਹ ਆ ਵੀ ਜਦੋਂ ਆਪਾਂ ਇਸ ਵਿਸ਼ੇ 'ਤੇ ਗੱਲ ਕਰਦੇ ਹਾਂ ਯਾਰ, ਤੇ ਬੰਦੇ ਕੀ ਲੱਗਦਾ ਵੀ ਕਿੰਨਾ ਹੋ ਸਕਦਾ ਆਪਣੀ ਗੱਲ ਗਲਤ ਵੀ ਲੱਗੇ, ਤੋ ਜਿਹੜੀ ਆਪਣੀ ਭਾਵਨਾ ਤੀ ਇਹ ਵੀ ਆ ਵੀ ਇਸ ਗੱਲ 'ਤੇ ਗੱਲ ਜ਼ਰੂਰ ਹੋਣੀ ਚਾਹੀਦੀ ਹੈ ਵੀ ਯਾਰ ਕਿਤੇ ਨਾ ਕਿਤੇ ਸਾਡਾ ਵੀ ਟਾਈਮ ਹੋਣਾ। ਅਸੀਂ ਨਹੀਂ ਇਹ ਗੱਲ ਕਹਿੰਦੇ ਵੀ ਅਸੀਂ ਬੁੜੇ ਨਹੀਂ ਹੋਣਾ, ਆਪਾਂ ਵੀ ਬੁੜੇ ਹੋਣਾ, ਸਾਡਾ ਵੀ ਟਾਈਮ ਹੋਣਾ। ਉਸਤੇ ਵਾਸਤੇ ਘੱਟੋ ਘੱਟ ਸੋਚਣੀ ਚਾਹੀਏ ਵੀ ਇਹ ਰੀਤ ਐਂ ਨਹੀਂ ਚੱਲੀ, ਕਿਉਂਕਿ ਪੀੜ੍ਹੀ ਦਰ ਪੀੜ੍ਹੀ ਜਿਹੜੀ ਅਗਲੀ ਪੀੜ੍ਹੀ ਨਾ ਉਹ ਆਪਾਂ ਤੋਂ ਜ਼ਿਆਦਾ ਫਾਰਵਰਡ ਹੋ ਰਹੀ ਹੈ, ਜ਼ਿਆਦਾ ਸਿਆਣੀ ਹੋ ਰਹੀ ਹੈ, ਜ਼ਿਆਦਾ ਮਤਲਬ ਉਲਟਾ ਰੁਝੇਵੇਂ ਜ਼ਿਆਦਾ ਵੱਧ ਜਾਣੇ ਉਹਨਾਂ ਦੇ। ਸਾਡੇ ਰੁਝੇਵੇਂ ਜਿਵੇਂ ਸਾਡੇ ਰੁਝੇਵੇਂ ਅੱਜ ਵਧੇ ਹੋਏ ਆ, ਉਵੇਂ ਉਹਨਾਂ ਦੇ ਜਿਹੜੇ ਕੰਮ ਕਾਰ ਰੁਝੇਵੇਂ ਉਹਨਾਂ ਜ਼ਿਆਦਾ ਵਧਣੇ ਆ, ਅਤੇ ਸਾਡੇ ਵਾਸਤੇ ਟਾਈਮ ਨਹੀਂ ਕੱਢ ਪਾਉਣਾ ਉਹਨਾਂ ਨੇ। ਇਹ ਸਾਡੇ ਦਿਮਾਗ 'ਚ ਪਹਿਲਾਂ ਚਾਹੀਦੀ ਆ। ਠੀਕ ਆ, ਅਤੇ ਦੂਜੀ ਗੱਲ ਆਪਾਂ ਕਰਨੀ ਆ, ਮਾਂ ਨੂੰ ਜਿਹੜਾ ਰੱਬ ਦਾ ਰੂਪ ਕਹਿੰਦੇ। ਸਾਡੇ ਸਮਾਜ ਦੇ ਵਿੱਚ ਨਾ ਅਸੀਂ ਹਰੇਕ ਨੂੰ ਰੱਬ ਬਣਾਇਆ ਹੋਇਆ, ਤਾਂ ਕਰਕੇ ਨਾ ਅਸੀਂ ਮਤਲਬ ਗੱਲ ਨਹੀਂ ਕਰ ਪਾਉਂਦੇ ਕਿਸੇ ਵਿਸ਼ੇ 'ਤੇ, ਕਿ ਰੱਬ ਬਾਰੇ ਗੱਲ ਨਹੀਂ ਹੋ ਸਕਦੀ ਹੁੰਦੀ, ਰੱਬ ਬਾਰੇ ਕੰਮ ਨਹੀਂ ਕਰ ਸਕਦਾ। ਮਾਂ ਪਿਓ ਨੂੰ ਜਦੋਂ ਕੁਦਰਤੀ ਗੱਲ ਆ ਵੀ ਹੁਣ ਜਿਵੇਂ ਅਸੀਂ ਮਾਂ ਪਿਓ ਨੂੰ ਗਲਤ ਕਹਿਣਾ ਹੋਵੇ ਨਾ, ਅਤੇ ਸਾਡੇ ਬੰਦੇ ਬਹੁਤ ਬੰਦਿਆਂ ਦੀ ਧਾਰਨਾ ਵੀ ਮਾਂ ਪਿਓ ਥੋੜ੍ਹੀ ਗਲਤ ਹੋ ਸਕਦੇ ਯਾਰ, ਮਾਪੇ ਕਬਾਪੇ ਨਹੀਂ ਹੋ ਸਕਦੇ, ਪੁੱਤ ਕਪੁੱਤ ਹੋ ਸਕਦੇ ਆ। ਅਸੀਂ ਇਹ ਧਾਰਨਾ ਸਾਡੇ ਦਿਮਾਗ 'ਚ ਬੈਠੀ ਹੋਈ ਹੈ, ਅਤੇ ਧਾਰਨਾ ਬੈਠੀ ਹੋਣ ਕਰਕੇ ਅਸੀਂ ਇਹ ਮਾਪਿਆਂ ਨੂੰ ਗਲਤੀ ਕੱਢ ਨਹੀਂ ਸਕਦੇ, ਮਾਪਿਆਂ ਦੀ ਗਲਤੀ ਕੱਢ ਨਹੀਂ ਸਕਦੇ, ਮਾਂ ਦੀ ਗਲਤੀ ਕੱਢ ਨਹੀਂ ਸਕਦੇ, ਮਾਂ ਨੂੰ ਗਲਤ ਨਹੀਂ ਕਰ ਸਕਦੇ। ਉਹਦੇ ਕਰਕੇ ਕੀ ਹੁੰਦਾ ਵੀ ਜਦੋਂ ਅਸੀਂ ਕਿਸੇ ਨੂੰ ਗਲਤ ਨਹੀਂ ਕਰ ਸਕਦੇ ਨਾ, ਉਹਦੇ ਵਿੱਚ ਸੁਧਾਰ ਹੋਣ ਦੀ ਗੁੰਜਾਇਸ਼ ਵੀ ਘੱਟ ਜਾਂਦੀ ਹੈ। ਜਦੋਂ ਨਾ ਅਸੀਂ ਕਿਸੇ ਚੀਜ਼ 'ਚ ਗਲਤੀ ਕਮੀ ਕੱਢਾਂਗੇ, ਗੁੰਜਾਇਸ਼ ਸੁਧਾਰ ਹੋਣ ਦੀ ਗੁੰਜਾਇਸ਼ ਵੀ ਤਾਂ, ਕਿਉਂਕਿ ਜਦੋਂ ਅਸੀਂ ਉਹ 'ਚ ਕਮੀ ਕੱਢਣ ਦੀ ਕੋਸ਼ਿਸ਼ ਕਰਾਂਗੇ, ਅਤੇ ਜੇ ਉਹਨੂੰ ਆਪਾਂ ਪਰਫੈਕਟ ਕਰ ਦਾਂਗੇ ਨਾ, ਪਰਫੈਕਟ ਵੀ ਤਾਂ ਬਿਲਕੁਲ ਪਰਫੈਕਟ ਆ, ਫਿਰ ਨਹੀਂ ਉਹਦਾ ਸੁਧਾਰ ਹੋਣ ਦੀ ਕੋਈ ਸੰਭਾਵਨਾ ਹੀ ਨਹੀਂ ਗੀ। ਅੱਛਾ, ਉਸ ਤਰੀਕੇ ਨਾਲ ਸਾਡੇ ਜਿਹੜਾ ਅਸੀਂ ਮਾਂ ਨੂੰ ਰੱਬ ਕਹਿੰਦੇ ਹਾਂ, ਵੀ ਮਾਂ ਰੱਬ ਦਾ ਦੂਜਾ ਰੂਪ ਹੈ, ਜਾਂ ਮਾਂ ਦੇ ਪੈਰਾਂ ਸਵਰਗ ਆ, ਆਪਾਂ ਗੱਲਾਂ ਕਰਦੇ ਹਾਂ। ਅੱਛਾ, ਮੇਰਾ ਮੰਨਣਾ ਇਹ ਸੀਗਾ ਵੀ ਦੇਖੋ ਵੀ ਅਸੀਂ ਇੱਕ ਔਰਤ ਆ ਜਿਹੜੀ, ਇੱਕ ਲੇਡੀਜ਼ ਆ ਜਿਹੜੀ, ਉਹਨੂੰ ਔਰਤ ਹੀ ਰਹਿਣ ਦੇਈਏ। ਔਰਤ ਦਾ ਇੱਕ ਬੱਚੇ ਨੂੰ ਪੈਦਾ ਕਰਨਾ ਹੈ ਨਾ, ਉਹ ਇੱਕ ਆਮ ਜਿਹਾ ਰਹਿੰਦੀ ਹੈ, ਬਾਹਲਾ ਨਾ ਵੱਡਾ ਕਰੀਏ। ਕਾਰਨ ਪਤਾ ਕੀ, ਕਿਉਂਕਿ ਸਾਡੇ ਸਮਾਜ ਦੇ ਵਿੱਚ ਨਾ ਇੱਕ ਬੜੀ ਵੱਡੀ ਭੈੜੀ ਰੀਤ ਆ ਵੀ ਜਿਹੜੀ ਔਰਤ ਮਾਂ ਨਹੀਂ ਬਣਦੀ, ਜਾਂ ਉਹਦੇ ਬੰਦੇ ਉਹਨੂੰ ਮਿਹਣੇ ਬਹੁਤ ਸਾਰੀ ਪੈਂਦੀ, ਉਹਨੂੰ ਇਹ ਲੱਗਦਾ ਹੁੰਦਾ ਵੀ ਮੈਂ ਮਾਂ ਨਹੀਂ ਬਣੀ, ਪਤਾ ਨਹੀਂ ਮੇਰਾ ਕੀ ਰਹਿ ਗਿਆ, ਮੈਂ ਤਾਂ ਰੱਬ ਦਾ ਰੂਪ ਬਣੀ ਨਹੀਂ। ਅੱਛਾ, ਨਾ ਰੱਬ ਦਾ ਰੂਪ ਬਣਨ ਕਰਕੇ ਉਹਨੂੰ ਲੱਗਣ ਲੱਗ ਪੈਂਦਾ ਮੈਂ ਹੀਣ ਭਾਵਨਾ ਦੀ ਸ਼ਿਕਾਰ ਹੁੰਦੀ ਹੈ। ਜੇ ਨਾ ਅਸੀਂ ਔਰਤ ਨੂੰ ਆਮ ਜੀ ਰਹਿਣ ਦਿਓ, ਠੀਕ ਆ ਭਾਈ, ਇੱਕ ਬੱਚੇ ਨੂੰ ਜਨਮ ਦੇਣਾ ਆਮ ਜੀ ਗੱਲ ਹੈ, ਬੱਚੇ ਪਾਲਣੇ, ਜਨਮਾਂ ਦੇ ਬੱਚੇ ਵੀ ਹੁੰਦੇ ਆ, ਸਾਡੇ ਵੀ ਹੁੰਦੇ ਬੱਚੇ, ਅਸੀਂ ਵੀ ਸਾਡੇ ਬੱਚੇ, ਸਾਡੇ ਇਨਸਾਨਾਂ ਦੇ ਬੱਚੇ ਵੀ, ਹਰੇ ਮਨੁੱਖ ਦੇ ਬੱਚੇ ਵੀ ਹੁੰਦੇ ਆ, ਜਾਨਵਰਾਂ ਦੇ ਬੱਚੇ ਵੀ ਹੁੰਦੇ ਆ, ਆਮ ਜੀ ਗੱਲ ਹੈ ਇਹ, ਜਦੋਂ ਕੁਦਰਤੀ ਪ੍ਰੋਸੈਸ ਚੱਲਦਾ, ਬਸ ਇਹਨੂੰ ਰੱਬ ਨਾ ਰੱਬ ਰੂਪ ਨਾ ਬਣਾਈਏ, ਪਰ ਇਹਨੂੰ ਰੱਬ ਰੂਪ ਨਾ ਬਣਾਈਏ, ਕਿਉਂਕਿ ਜੇ ਅਸੀਂ ਇਹਨੂੰ ਰੱਬ ਰੂਪ ਬਣਾਇਆ ਨਾ ਜਦੋਂ ਦਾ ਅਸੀਂ,
ਤੇ ਜਿਨ੍ਹਾਂ ਔਰਤਾਂ ਨੂੰ ਮਤਲਬ ਬੱਚਾ ਨਹੀਂ ਹੋਇਆ ਉਹਨਾਂ ਨੇ ਨਾ ਬਹੁਤ ਜ਼ਿਆਦਾ ਸ਼ੋਸ਼ਣ ਹੁੰਦਾ, ਕਿਉਂਕਿ ਉਹਨਾਂ ਨੂੰ ਬੱਚਾ ਲੈਣ ਵਾਸਤੇ ਬੰਦਾ ਬਾਬਿਆਂ ਕੋਲ ਜਾ, ਫਲਾਣਿਆਂ ਕੋਲ ਜਾ, ਢਿੰਗਿਆਂ ਕੋਲ ਜਾ, ਕਿੰਨਾ ਕੁਛ ਕਰਦਾ, ਮਤਲਬ ਸਭ ਤਰ੍ਹਾਂ ਦੇ ਕਰ, ਉਹ ਚੀਜ਼ ਨੂੰ ਐਕਸੈਪਟ ਨਹੀਂ ਕਰ ਪਾਉਂਦਾ ਬੰਦਾ। ਮੈਨੂੰ ਵੀ ਚਲ ਕੋਈ ਨਹੀਂ ਹੋਇਆ, ਨਹੀਂ ਹੋਇਆ ਨਾ, ਕਿਉਂਕਿ ਸਾਡੇ ਸਮਾਜ ਦੇ ਵਿੱਚ ਨਾ ਮਾਂ ਬਣ ਨੂੰ ਬਹੁਤ ਵੱਡਾ ਰੁਤਬਾ ਦਿੱਤਾ ਹੋਇਆ, ਜਦ ਕਿ ਜਿੰਨਾ ਵੱਡਾ ਰੁਤਬਾ ਅਸੀਂ ਮਾਂ ਬਣ ਨੂੰ ਦਿੱਤਾ ਹੋਇਆ ਨਾ, ਉਨਾ ਹੀ ਔਰਤ ਦੇ ਵਿੱਚ, ਜਿਹੜੀ ਔਰਤ ਮਾਂ ਨਹੀਂ ਬਣ ਪਾਉਂਦੀ ਜਾਂ ਆਮ ਔਰਤ ਨੂੰ ਨੀਵਾਂ ਥੀਨ ਭਾਵਨਾ ਹੋ ਜਾਂਦੀ ਹੈ ਵੀ ਨਹੀਂ, ਮੈਂ ਨਹੀਂ ਮਾਂ ਬਣ ਸਕਦੀ, ਮੇਰੇ ਤੋਂ ਪਤਾ ਨਹੀਂ ਕੀ ਗੱਲ ਹੈ। ਅੱਛਾ, ਇੱਕ ਨੰਬਰ 1 ਤਾਂ ਸ਼ੋਸ਼ਣ ਇੱਕ ਔਰਤਾਂ ਦਾ ਹੀ ਹੋ ਰਿਹਾ। ਨੰਬਰ 2 ਗੱਲ ਇਹ ਹੈ ਵੀ ਜਿਹੜਾ ਸਾਡਾ ਜਦੋਂ ਨਾ ਅਸੀਂ ਮਤਲਬ ਜਦੋਂ ਅਸੀਂ ਕਿਸੇ ਨੂੰ ਸਪੀਅਰ ਕਰਦੇ ਹਾਂ ਕੋਈ ਚੀਜ਼ ਨੂੰ, ਫਿਰ ਉਹਦੇ ਵਿੱਚ ਨਾ ਅਸੀਂ ਗਲਤੀ ਨਹੀਂ ਕਰਦੇ। ਹੁਣ ਸਾਡੀ ਮਾਂ ਕਹਿੰਦੇ ਸੀ, ਅੱਛਾ ਮਾਂ ਨੂੰ ਰੱਬ ਦਾ ਰੂਪ ਕਹਿਤਾ, ਫਿਰ ਜਿਹੜਾ ਬੱਚਿਆਂ ਦਾ ਪਾਲਣ ਪੋਸ਼ਣ ਆ ਨਾ, ਉਹਦੇ ਵਿੱਚ ਅਸੀਂ ਗੱਲ ਨਹੀਂ ਕਰ ਸਕਦੇ। ਫਿਰ ਅਸੀਂ ਕਹਾਂਗੇ ਮਾਂ ਤਾਂ ਰੱਬ ਦਾ ਰੂਪ ਹੈ, ਮਾਂ ਨੂੰ ਸਭ ਪਤਾ, ਮਾਂ ਜੋ ਕਰ ਸਕਦੀ ਉਹੀ ਵਧੀਆ ਕਰ ਰਹੀ ਹੈ, ਫਿਰ ਅਸੀਂ ਉਹਦੇ ਮੋਹਰ ਲਾਈ ਜਾਂਦੇ ਹਾਂ। ਜਦ ਕਿ ਸਹੀ ਗੱਲ ਇਹ ਹੈ ਵੀ ਜਿੰਨਾ ਚਿਰ ਨਾ ਅਸੀਂ ਬੱਚਿਆਂ ਦਾ ਪਾਲਣ ਪੋਸ਼ਣ ਸਹੀ ਨਹੀਂ ਕਰਦੇ, ਜਿਹੜੀ ਉਹਨਾਂ ਚਿਰ ਬੱਚਿਆਂ ਦੀ ਜਿਹੜੀ ਪਰਸਨੈਲਿਟੀ ਆ ਉਹ ਵਧੀਆ ਨਹੀਂ ਘਟੀ ਜਾਂਦੀ। ਜਿੰਨਾ ਚਿਰ ਬੱਚਿਆਂ ਦੀ ਪਰਸਨੈਲਿਟੀ ਵਧੀਆ ਨਹੀਂ ਘਟੀ ਜਾਂਦੀ, ਉਹਨਾਂ ਚਿਰ ਨਾ ਪਰਸਨੈਲਿਟੀ ਵਧੀਆ, ਸਾਡਾ ਜਿੱਥੇ ਅਸੀਂ ਰਹਿੰਦੇ ਹਾਂ ਜਿਸ ਸਮਾਜ ਦੇ ਵਿੱਚ, ਉਹਨਾਂ 'ਚ ਵਧੀਆ ਪਰਸਨੈਲਿਟੀਆਂ ਆ ਨਹੀਂ ਸਕਦੀਆਂ। ਉਹ ਤਾਂ ਆ ਸਕਦੀਆਂ ਹੈ ਜਦੋਂ ਅਸੀਂ ਇਸ ਗੱਲ ਨੂੰ ਐਕਸੈਪਟ ਕਰਾਂਗੇ ਵੀ ਸਾਡੀ ਜਿਹੜੀ ਗੱਲ ਆ ਨਾ ਉਹਦੇ ਵਿੱਚ ਕੁਛ ਸੋਧ ਹੋਣ ਵਾਲੀ ਹੈ, ਕੁਛ ਹੋਣ ਵਾਲਾ ਹੈ, ਜਦੋਂ ਅਸੀਂ ਕਰਨ ਵਾਲਾ ਹੈ ਅਸੀਂ ਉਹ ਕਰੀਏ। ਅੱਛਾ, ਜੇ ਅਸੀਂ ਉਹਨੂੰ ਸੁਪੀਰੀਅਰ ਕੀਤਾ ਹੋਇਆ, ਅਸੀਂ ਮਾਂ ਪਿਓ ਨੂੰ ਵੀ ਰੱਬ ਦਾ ਰੂਪ ਕਿਹਾ ਹੋਇਆ ਅਤੇ ਮਾਂ ਨੂੰ ਵੀ ਰੱਬ ਦਾ ਰੂਪ ਕਿਹਾ ਹੋਇਆ, ਅਤੇ ਫਿਰ ਉਹਦੇ 'ਚ ਤਬਦੀਲੀ ਨਹੀਂ ਕਰਤੀ ਅਸੀਂ ਨੰਬਰ 2 ਗੱਲ ਹੈ ਵੀ ਅਸੀਂ ਹੁਣ ਬੱਚਿਆਂ ਦਾ ਪਾਲਣ ਪੋਸ਼ਣ ਜਿਹੜਾ ਉਹ ਜਿਵੇਂ ਮਾਂ ਅਸੀਂ ਇਹ ਸੋਚ ਕੇ ਕੀਤਾ ਹੋਇਆ ਵੀ ਮਾਂ ਤੋਂ ਵੱਧ ਵਧੀਆ ਨਹੀਂ ਕੋਈ ਜਾਣਦਾ, ਮਾਂ ਤੋਂ ਫਲਾਣਾ ਨਹੀਂ ਕੋਈ ਜਾਣਦਾ, ਅਸੀਂ ਉਸ ਤਰੀਕੇ ਨਾਲ ਬਸ ਉਹਨੂੰ ਬੰਨ੍ਹ ਕੇ ਰੱਖਿਆ ਬਸ। ਜਦ ਕਿ ਇੱਕ ਆਪਣਾ ਬੱਚੇ ਪਾਲਣ ਦਾ ਇੱਕ ਪੈਟਰਨ ਆ, ਬੱਚੇ ਪਾਲਣ ਦਾ ਇੱਕ ਢੰਗ ਆ, ਬੱਚੇ ਦੀ ਸ਼ਖਸੀਅਤ ਘੜਨ ਦਾ ਵੀ ਇੱਕ ਢੰਗ ਹੈ, ਉਹ ਵੀ ਸਾਨੂੰ ਸਮਝਣਾ ਪੈਣਾ, ਅਪਣਾਉਣਾ ਪੈਣਾ। ਜਿੰਨਾ ਚਿਰ ਅਸੀਂ ਅਪਣਾਉਂਦੇ ਨਹੀਂ ਉਹਨੂੰ, ਉਸ 'ਤੇ ਵੀ ਯਾਰ ਪਰਸਨੈਲਿਟੀ ਵਧੀਆ ਦੀ ਸ਼ਖਸੀਅਤ ਵੀ ਉਸਾਰੀ ਨਹੀਂ ਹੁੰਦੀ ਸਾਡੇ ਬੱਚਿਆਂ ਦੀ। ਚਲੋ ਦੂਜੀ ਗੱਲ, ਆਪਾਂ 2 ਗੱਲਾਂ ਕੀਤੀਆਂ, ਇੱਕ ਤਾਂ ਮਾਂ ਬਾਪ ਬਾਰੇ ਹੋ ਗਈ ਹਨ, ਅਤੇ ਇੱਕ ਹੋ ਗਈ ਮਾਂ ਨੂੰ ਰੱਬ ਬਾਰੇ। ਵੀ ਮਾਂ ਬਾਪ ਬਾਰੇ ਵੀ ਆਪਾਂ ਜਿੰਨੀ ਗੱਲ ਹੋਈ ਕਲੀਅਰ ਕੀਤੀ ਹੈ ਵੀ ਯਾਰ ਦੇਖ ਰੇਖ ਬੱਚਿਆਂ ਦੀ, ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਮਾਂ ਬਾਪ ਦੀ ਦੇਖ ਰੇਖ ਵਧੀਆ ਹੋਣੀ ਚਾਹੀਦੀ, ਇਹਦਾ ਮਤਲਬ ਇਹ ਨਹੀਂ, ਇਹ ਦੇਖੋ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਅੱਜ ਮੈਂ ਕਲੀਅਰ ਕਰਦਾ ਗੱਲ ਨੂੰ, ਵੀ ਕੋਈ ਬੰਦਾ ਮੇਰੀ ਗੱਲ ਸੁਣਦਾ ਵੀ ਇਹ ਗੱਲ ਨੂੰ ਪੁੱਠੇ ਪਾਸੇ ਨਾ ਲੈ ਕੇ ਜਾਵੇ, ਵੀ ਮੈਂ ਇਹ ਨਹੀਂ ਕਹਿੰਦਾ ਮਾਂ ਬਾਪ ਨੂੰ ਅੱਜ ਆਸ ਨੂੰ ਛੱਡਿਓ, ਨਹੀਂ, ਮੈਂ ਇਹ ਨਹੀਂ ਕਹਿੰਦਾ ਵੀ ਮਾਂ ਨੂੰ ਅੱਜ ਵੀ ਤੁਸੀਂ ਕਹੋ ਦੂਰ ਰੱਬ ਦਾ ਰੂਪ ਨਹੀਂ। ਇਹਦਾ ਕਹਿਣ ਦਾ ਮਤਲਬ ਇਹ ਹੈ ਕਿ ਮੈਂ ਨਾ ਜਦੋਂ ਮੈਂ ਖੁਦ ਕਰਤਾ, ਮੈਂ ਆਪਣੇ ਵਾਸਤੇ ਸੋਚਾਂ ਯਾਰ ਆਪਾਂ ਇਹ ਗੱਲ ਸ਼ੁਰੂ ਕਰੀਏ ਆਪਣੇ ਵਾਸਤੇ, ਘੱਟੋ ਘੱਟ ਵੀ ਆਪਾਂ ਆਪਦੇ ਵਾਸਤੇ ਵੀ। ਮੈਂ ਦੇਖੋ ਮੇਰੀ ਉਮਰ ਜਿਵੇਂ 35-40 ਸਾਲ ਦੀ ਉਮਰ ਹੈ ਮੇਰੀ, 40 ਸਾਲ ਦੀ ਉਮਰ ਹੈ ਮੇਰੀ, ਮੈਂ ਆਪਣੇ ਸੋਚਾਂ ਵੀ ਮੈਂ ਆਪਣੇ ਬੱਚਿਆਂ ਤੋਂ ਵਾਕਈ ਮਿਲੂੰਗਾ, ਮੈਂ ਆਪਣੇ ਸੋਚਣਾ, ਮੈਂ ਸੋਚਣਾ ਵੀ ਮੈਂ ਬੱਚਿਆਂ ਨੂੰ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਕਿਵੇਂ ਵੱਖ ਰੱਖਣਾ ਅਤੇ ਆਪ ਕਿਵੇਂ ਵੱਖ ਰਹਿਣਾ, ਅਤੇ ਮੈਂ ਆਪਣਾ ਖਰਚਾ ਕਿਵੇਂ ਕਰਨਾ, ਕਿੱਥੋਂ ਤੱਕ ਬਚਾਉਣਾ, ਕਿੱਥੇ ਜਾਣਾ, ਕੀ ਕਰਨਾ, ਅਸੀਂ ਸੋਚੀਏ। ਹੋ ਸਕੇ ਨਾ, ਜੇ ਕੋਈ ਸੰਸਥਾ ਦੇ ਰੂਪ ਵਿੱਚ ਮਾੜਾ ਮੋਟਾ ਅਸੀਂ ਕਰ ਸਕਦੇ ਹੋ, ਅਤੇ ਮਾੜਾ ਮੋਟਾ ਅਸੀਂ ਛੋਟਾ ਛੋਟਾ ਕਰਕੇ ਸੰਸਥਾ ਦੇ ਰੂਪ 'ਚ ਪੈਸਾ ਜਮ੍ਹਾਂ ਕਰਕੇ ਹੀ ਆਪਣੇ ਤੌਰ 'ਤੇ ਮਾੜਾ ਮੋਟਾ ਬਣਾ ਕੇ ਜੇ ਹੋ ਸਕਦਾ ਹੋਵੇ, ਨਹੀਂ ਤਾਂ ਘੱਟੋ ਘੱਟ ਅਸੀਂ ਆਪਣੇ ਤੌਰ 'ਤੇ ਇਹ ਗੱਲ ਕਰੀਏ ਵੀ ਯਾਰ ਇੰਨੇ ਕੁ ਰੁਪਏ ਮੈਂ ਜਮ੍ਹਾਂ ਕਰਕੇ ਰੱਖੂੰਗਾ ਯਾਰ, ਅਤੇ ਬੱਚਿਆਂ ਤੋਂ ਮੈਂ ਵੱਖਰਾ ਰਹੂੰਗਾ, ਬੱਚਿਆਂ ਨੂੰ ਮੈਂ ਆਪਣੀ ਬਿਮਾਰੀ ਦਾ ਮੈਂ ਘੱਟੋ ਘੱਟ ਨਾ, ਜੇ ਮੈਨੂੰ ਐਂ ਲੱਗਦਾ ਜੇ ਅਸੀਂ ਇਹ ਗੱਲਾਂ ਛੱਡ ਵੀ ਦੇਈਏ ਨਾ ਸਾਡੇ ਸਮਾਜ ਦੇ ਵਿੱਚ, ਵੀ ਬੱਚਿਆਂ ਦਾ ਹੁਣ ਮਤਲਬ ਬੱਚਿਆਂ ਦੇ ਨਾਲ ਨਾ ਰਹਿਣਾ ਹੋਵੇ, ਅਸੀਂ ਆਪਣੇ ਤੌਰ 'ਤੇ ਆਪਣੀ ਦੇਖ ਰੇਖ ਕਰਨੀ ਹੋਵੇ, ਅਤੇ ਮੈਨੂੰ ਲੱਗਦਾ ਅੱਧਾ ਕੰਮ ਤਾਂ ਵੈਸੇ ਹੀ ਹੋ ਜਾਣਾ ਯਾਰ, ਕਿਉਂਕਿ ਸਾਡੇ ਬੰਦੇ ਵੈਸੇ ਹੀ ਸਿਖਾ ਕੇ ਸਿਹਤ ਖਰਾਬ ਕਰ ਲੈਂਦੇ ਬੰਦੇ ਨੂੰ, ਜੇ ਆਵੇ ਮੇਰੀ ਸਿਹਤ ਵਧੀਆ ਰਹੇ, ਮੈਂ ਆਪਣੀ ਸਿਹਤ 'ਤੇ ਧਿਆਨ ਦੇਵਾਂ, ਮੈਂ ਆਪ ਬਜ਼ੁਰਗ 'ਚ ਐਂ ਵਧੀਆ ਡੰਡੇ ਵਾਂਗੂ ਰਹਿਣਾ ਵੀ ਮੈਨੂੰ ਨਹੀਂ ਸਾਂਭਣਾ ਕਿਸੇ ਨੇ, ਮੈਨੂੰ ਬੱਚਿਆਂ ਨੂੰ ਨਹੀਂ ਸਾਂਭਣਾ, ਮੈਨੂੰ ਤਾਂ ਆਪ ਰਹਿਣਾ, ਬੱਚੇ ਤਾਂ ਮੇਰੇ ਅੱਡ ਰਹਿਣਗੇ। ਮੈਨੂੰ ਲੱਗਦਾ ਬੰਦੇ ਘੱਟੋ ਘੱਟ ਸਿਹਤ ਦਾ ਖਿਆਲ ਜ਼ਰੂਰ ਰੱਖਣਗੇ ਆਪਣੀ, ਇਹਦਾ ਬੰਦਾ ਸਿਹਤ ਪੱਖੋਂ ਹੀ ਬੜਾ ਖਰਾਬ ਹੋ ਰਿਹਾ ਆਪਣੇ ਤਾਂ। ਉਹ ਖਾਂਦਾ ਬੰਦਾ ਕਮਲਿਆਂ ਵਾਂਗੂ, ਸ਼ਰਾਬ ਬੰਦਾ ਪੀ ਰਿਹਾ, ਖਾਂਦਾ ਬੰਦਾ ਕਮਲਿਆਂ ਵਾਂਗੂ ਆ, ਨਸ਼ੇ ਪੱਤੇ ਜ਼ਿਆਦਾ ਕਰ ਰਿਹਾ ਬੰਦੇ, ਸਰੀਰ ਖਰਾਬ ਕਰ ਲੈਂਦੇ ਬੰਦੇ, ਮੁੜ ਕੇ ਬਜ਼ੁਰਗ ਹੋਏ ਮੰਜੇ 'ਤੇ ਚੁੱਕਦੇ ਆ, ਸਾਂਭਦੇ, ਘੱਟੋ ਘੱਟ ਉਨੀ ਕੁ ਗੱਲ ਉਹਨਾਂ ਮੈਨੂੰ ਲੱਗਦਾ ਬਣ ਜੂਗੀ ਸ਼ਾਇਦ, ਜੇ ਬੰਦੇ ਨੂੰ ਘੱਟੋ ਘੱਟ ਅਸੀਂ ਆਪਣੇ ਤੌਰ 'ਤੇ ਸੋਚ ਲਈਏ ਯਾਰ, ਵੀ ਇਹ ਨਹੀਂ ਗੱਲ ਵੀ ਅੱਜ ਅਸੀਂ ਬਜ਼ੁਰਗਾਂ ਨੂੰ ਜਾ ਕੇ ਵੀ ਤੂੰ ਨਿਕਲ ਬਾਹਰ ਆਏ, ਨਹੀਂ ਨਹੀਂ ਨਹੀਂ, ਅਸੀਂ ਸੋਚਣਾ ਆਪਣੇ ਤੌਰ 'ਤੇ, ਆਪਣੀ ਗੱਲ ਤੌਰ 'ਤੇ। ਚਲੋ ਜਿੰਨੀ ਗੱਲ ਕਹੀ ਮੈਂ ਭਾਈ, ਜੇ ਕਿਸੇ ਨੂੰ ਲੱਗੀ ਹੋਈ ਭੈੜੀ ਪਈ ਫਿਰ ਤਾਂ ਚਲੋ ਮਾਫੀ ਮੰਗਦੇ ਹਾਂ ਆਪਾਂ, ਪਰ ਕੀ ਜਿੰਨੀ ਗੱਲ ਮੈਨੂੰ ਦਿਮਾਗ 'ਚ ਆਈ, ਦੇਖੋ ਜਿੰਨੀ ਮੈਂ ਆਸੇ ਪਾਸੇ ਦੇਖੀ ਹੈ, ਜੋ ਗੱਲ ਕੀਤੀ ਹੈ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੋਈ ਹੋਰ ਵੀ ਗੱਲਾਂ ਹੋਣਗੀਆਂ, ਜੇ ਕਿਸੇ ਨੂੰ ਗੱਲ ਹੋਵੇ ਵੱਖਰਾ, ਕੋਈ ਮੇਰੀ ਗੱਲ ਨਾ ਪਸੰਦ ਆਈ ਹੋ ਕਿਸੇ ਨੂੰ, ਤਾਂ ਬੰਦਾ ਯਾਰ
ਕਮੈਂਟ ਕਰ ਸਕਦਾ, ਗੱਲ ਕਰ ਸਕਦਾ ਵੀ ਮੈਂ ਇੱਥੇ ਗਲਤ ਆ, ਆਪਾਂ ਫਿਰ ਗੱਲ ਕਰਨ ਦੀ ਕੋਸ਼ਿਸ਼ ਕਰ ਲਾਂਗੇ, ਕਿਉਂਕਿ ਜਿੰਨੀ ਕੁ ਆਪਾਂ ਨੂੰ ਸਮਝ ਆਉਂਦੀ ਆਪਾਂ ਉਨੀ ਕਰਦੇ ਯਾਰ। ਜ਼ਿਆਦਾ ਨਹੀਂ, ਮੈਨੂੰ ਵਿਦਵਾਨ ਨਹੀਂ ਆਪਾਂ ਕਿਹੜਾ ਕੋਈ ਗੱਲ ਵੀ ਬਾਹਲੀ ਵੇਖੀ, ਜਿੰਨੀ ਕੁ ਆਪਾਂ ਘਰਾਂ 'ਚ ਵੇਖਦੇ ਹਾਂ, ਆਸ-ਪਾਸ ਵੇਖਦੇ ਜਾਂ ਕੋਈ ਸੁਣ ਲੈਂਦੇ ਹਾਂ, ਜਾਂ ਕੋਈ ਗੱਲ ਆ ਕਿਸੇ ਨਾਲ ਗੱਲ ਡਿਸਕਸ ਹੁੰਦੀ ਹੈ, ਉਸ ਹਿਸਾਬ ਨਾਲ ਕਰ ਲੈਂਦੇ ਹਾਂ ਆਪਾਂ। ਠੀਕ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।